अस्सलाम वालेकुम वरहमतुल्ला। ਜਿਹੜਾ ਬੰਦਾ ਹਜ ਕਰ ਲੈਂਦਾ ਤੇ ਜਦੋਂ ਹਜ ਤੋਂ ਵਾਪਸ ਆਉਂਦਾ ਹੈ, ਅੱਲਾਹ ਤਾਲਾ ਉਹਦੇ ਸਾਰੇ ਗੁਨਾਹ ਮਾਫ ਕਰ ਦਿੰਦੇ ਨੇ। ਇਸ ਤਰ੍ਹਾਂ ਹੀ ਜਿਹੜੇ ਬੰਦੇ ਨੂੰ ਸ਼ਬੇ ਕਦਰ ਨਸੀਬ ਹੋ ਜਾਂਦੀ ਹੈ ਤੇ ਪੂਰੀ ਰਾਤ ਜਾ ਕੇ ਉਹ ਇਬਾਦਤ ਕਰਦਾ ਹੈ, ਅੱਲਾਹ ਤਾਲਾ ਗੁਨਾਹ ਉਹਦੇ ਵੀ ਮਾਫ ਕਰ ਦਿੰਦੇ ਨੇ। ਜਿਹੜਾ ਬੰਦਾ ਤਹੱਜੁਦ ਗੁਜ਼ਾਰ ਹੈ, ਉਹਦੇ ਵੀ ਗੁਨਾਹਾਂ ਨੂੰ ਅੱਲਾਹ ਮਾਫ ਕਰ ਦਿੰਦਾ ਹੈ। ਲੇਕਿਨ ਇੱਕ ਚੀਜ਼ ਜਿੱਧਰ ਮੈਂ ਤੁਹਾਡੀ ਤਵੱਜੋ ਦਿਲਾਉਣੀ ਚਾਹਨਾ, ਉਹ ਇਸ ਤੋਂ ਥੋੜੀ ਜਿਹੀ ਹਟ ਕੇ ਆ। ਇਹ ਜਿਹੜੇ ਗੁਨਾਹ ਮਾਫ ਹੋ ਜਾਣੇ ਨੇ, ਇਹ ਜਿਹੜੇ ਛੋਟੇ ਛੋਟੇ ਗੁਨਾਹ ਹੁੰਦੇ ਨੇ ਨਾ, ਸਗੀਰਾ ਗੁਨਾਹ ਜਿਨ੍ਹਾਂ ਨੂੰ ਅਸੀਂ ਆਨੇ ਜਾਂ ਕੋਈ ਹਕੂਕੁਲ ਇਬਾਦ ਵਿੱਚ ਉਹ ਸ਼ਾਮਲ ਹੁੰਦੇ ਨੇ, ਉਹ ਗੁਨਾਹ ਮਾਫ ਹੁੰਦੇ ਨੇ। ਜਿਹੜੇ ਵੱਡੇ ਵੱਡੇ ਗੁਨਾਹ ਹੁੰਦੇ ਨੇ ਉਹ ਤੌਬਾ ਤੋਂ ਬਗੈਰ ਮਾਫ ਨਹੀਂ ਹੁੰਦੇ। ਮਿਸਾਲ ਦੇ ਤੌਰ ਤੇ ਅਸੀਂ ਕਿਸੇ ਦਾ ਹੱਕ ਦਬਾ ਲੈਂਦੇ ਹਾਂ, ਕਿਸੇ ਦੀ ਜ਼ਮੀਨ ਜਿਹੜੀ ਹੈ ਉਹਦੇ ਤੇ ਕਬਜ਼ਾ ਕੀਤਾ ਹੈ, ਕਿਸੇ ਦੇ ਘਰ ਦੇ ਉੱਤੇ ਕਬਜ਼ਾ ਕੀਤਾ ਹੈ, ਤੇ ਲੋਕ ਸਾਡੇ ਵਾਸਤੇ ਬਦਦੁਆਵਾਂ ਕਰਦੇ ਨੇ ਪਏ। ਜਾਂ ਅਸੀਂ ਕਿਸੇ ਨਾਲ ਘਪਲਾ ਕਰ ਲੈਂਦੇ ਹਾਂ, ਕਿਸੇ ਨੂੰ ਅਸੀਂ ਵੀਜ਼ੇ ਦਾ ਲਾਲਚ ਦੇ ਕੇ ਤੇ ਉਹਦੇ ਕੋਲੋਂ ਕੋਈ 10-20 ਲੱਖ 50 ਲੱਖ ਰੁਪਈਆ ਲੈ ਲੈਂਦੇ ਹਾਂ ਵੀ ਤੈਨੂੰ ਕਿਸੇ ਅੱਛੇ ਮੁਲਕ ਦੇ ਵਿੱਚ ਭੇਜ ਦਿੰਦੇ ਹਾਂ। ਉਹ ਪੈਸੇ ਅਸੀਂ ਖਾ ਜਾਂਦੇ ਹਾਂ ਜਾਂ ਅਸੀਂ ਕਤਲ ਕਰ ਲੈਂਦੇ ਹਾਂ। ਇਹਦੇ ਤੋਂ ਇਲਾਵਾ ਹੋਰ ਵੀ ਜਿੰਨੇ ਕਬੀਰਾ ਗੁਨਾਹ ਨੇ ਉਹ ਇਸ ਤਰ੍ਹਾਂ ਮਾਫ ਨਹੀਂ ਹੁੰਦੇ। ਜਿਹੜੇ ਬੰਦੇ ਨੇ ਘਪਲਾ ਕੀਤਾ 50 ਲੱਖ ਦਾ ਤੇ ਫਿਰ ਉਹਦੇ ਵਿੱਚੋਂ 10-12 ਲੱਖ ਰੁਪਈਆ ਲਾ ਕੇ ਤੇ ਹਜ ਕਰ ਆਉਂਦਾ ਹੈ, ਹਜ ਕਰਕੇ ਜਦੋਂ ਆਵੇਗਾ ਤੁਸੀਂ ਆਪ ਦੱਸੋ ਵੀ ਉਹਦਾ ਇਹ ਘਪਲੇ ਵਾਲਾ ਗੁਨਾਹ ਜਿਹੜਾ ਇਹ ਮਾਫ ਹੋ ਜਾਏਗਾ? ਜਾਂ ਕੋਈ ਬੰਦਾ ਕਤਲ ਕਰਕੇ ਤੇ ਫਿਰ ਫੌਰ ਹਜ ਤੇ ਚਲਾ ਜਾਂਦਾ ਹੈ ਤੇ ਹਜ ਤੋਂ ਜਦੋਂ ਵਾਪਸ ਆਉਂਦਾ ਹੈ ਉਹਦੇ ਗੁਨਾਹ ਤਾਂ ਅੱਲਾ ਨੇ ਆਖਿਆ ਮੈਂ ਸਾਰੇ ਮਾਫ ਕਰ ਦਿੱਤੇ ਨੇ, ਇਹ ਕਤਲ ਵਾਲਾ ਗੁਨਾਹ ਜਿਹੜਾ ਹੈ ਇਹ ਮਾਫ ਹੋ ਜਾਏਗਾ? ਜਾਂ ਕੋਈ ਬੰਦਾ ਜਿਹੜਾ ਹੈ ਕਿਸੇ ਨਾਲ ਐਸਾ ਧੋਖਾ ਕਰਦਾ ਹੈ, ਫਰੇਬ ਕਰਦਾ ਹੈ ਜਿਹੜਾ ਮਾਫੀ ਦੇ ਕਾਬਲ ਨਹੀਂ ਹੁੰਦਾ, ਤੇ ਫਿਰ ਉਹ ਹਜ ਕਰ ਆਉਂਦਾ ਹੈ ਜਾਂ ਉਹ ਤਹੱਜੁਦ ਪੜ੍ਹਨੀ ਸ਼ੁਰੂ ਕਰ ਦਿੰਦਾ ਹੈ ਜਾਂ ਰੋਜ਼ਿਆਂ ਦੇ ਵਿੱਚ ਪੂਰੇ ਰੋਜ਼ੇ ਰੱਖਦਾ ਹੈ, ਸ਼ਬੇ ਕਦਰ ਨੂੰ ਪੂਰੀ ਰਾਤ ਜਾਗ ਕੇ ਤੇ ਇਬਾਦਤ ਕਰਦਾ ਹੈ, ਕਿਆ ਉਹਦੇ ਇਹ ਗੁਨਾਹ ਮਾਫ ਹੋ ਜਾਂਦੇ ਨੇ? ਯਾਦ ਰੱਖੋ, ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਅੱਜ ਦੱਸ ਦੇਵਾਂ, ਇਸ ਖੁਸ਼ ਫਹਿਮੀ ਦੇ ਵਿੱਚ ਨਹੀਂ ਰਹਿਣਾ ਵੀ ਮੈਂ ਹਜ ਕਰ ਆਵਾਂ ਦਾ ਤੇ ਮੇਰੇ ਸਾਰੇ ਗੁਨਾਹ ਮਾਫ ਹੋ ਜਾਣ ਦੇ, ਜਾਂ ਤਹੱਜੁਦ ਪੜ੍ਹਿਆ ਸਾਰੇ ਗੁਨਾਹ ਮਾਫ ਹੋ ਜਾਣ ਦੇ, ਜਾਂ ਮੈਂ ਨਮਾਜ਼ ਵਾਸਤੇ ਵਜ਼ੂ ਕਰਾਂ ਦਾ ਤੇ ਮੇਰੇ ਸਾਰੇ ਗੁਨਾਹ ਮਾਫ ਹੋ ਜਾਣ ਦੇ। ਇਵੇਂ ਗੁਨਾਹ ਮਾਫ ਨਹੀਂ ਜੀ ਹੋਣੇ। ਵੱਡੇ ਵੱਡੇ ਗੁਨਾਹਾਂ ਦੀ ਮਾਫੀ ਮੰਗਣੀ ਪੈ ਦੀ। ਜੇ ਤੁਸੀਂ ਮਾਫੀ ਨਾ ਮੰਗੀ ਤੇ ਉਹਦੀ ਸਜ਼ਾ ਜਿਹੜੀ ਹੈ ਆਖਰਤ ਨੂੰ ਜਾ ਕੇ ਤੁਹਾਨੂੰ ਭੁਗਤਣੀ ਪੈਗੀ ਦੀ। ਜਿੰਦੇ ਨਾਲ ਤੁਸੀਂ ਘਪਲਾ ਕੀਤਾ ਹੈ, ਜਿੰਦੀ ਜ਼ਮੀਨ ਤੁਸੀਂ ਨੱਪੀ ਹੈ, ਜਿੰਦਾ ਪਲਾਟ ਜਿਹੜਾ ਉਹਦੇ ਤੁਸੀਂ ਕਬਜ਼ਾ ਕੀਤਾ ਹੈ, ਫਿਰ ਫੌਰ ਜਾ ਕੇ ਉਹਦੇ ਕੋਲ ਮਾਫੀ ਮੰਗੋ ਤੇ ਉਹ ਚੀਜ਼ ਉਹਨੂੰ ਵਾਪਸ ਦਿਓ, ਫਿਰ ਤੁਹਾਡੀ ਮਾਫੀ ਹੋ ਸਕਦੀ ਹੈ, ਨਹੀਂ ਤਾਂ ਤੁਹਾਡੀ ਕੋਈ ਮਾਫੀ ਨਹੀਂ ਹੋਣੀ। अस्सलाम वालेकुम वरहमतुल्लाह।